सीएम भगवंत मान ਅਤੇ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ ਚੱਲ ਰਹੀ ਟਸਲ ਹੁਣ ਇੱਕ ਨਵੇਂ ਮੋੜ ਤੇ ਪਹੁੰਚ ਗਈ ਹੈ। ਇੱਕ ਵਾਰ ਫਿਰ ਤੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉੱਪਰ ਨਿਸ਼ਾਨੇ ਸਾਧੇ ਗਏ ਨੇ, ਉੱਥੇ ਹੀ ਸੀਐਮ ਭਗਵੰਤ ਮਾਨ ਨੂੰ ਵੀ ਨਵਾਂ ਚੈਲੰਜ ਦੇ ਦਿੱਤਾ ਗਿਆ। ਸੋ ਨਿਸ਼ਾਨੇ ਕੇਜਰੀਵਾਲ ਦੇ ਉੱਪਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ किस मामले के उपर साधे गए ने, किस मामले के उन्होंने तो सवाल पूछे गए ने, तो किहड़ा चैलेंज है जो भगवंत मान नूं नवां चैलेंज प्रताप सिंह बाजवा के वलों दे दिता गया है। गलबात इस दे उपर करांगे तो उधर गलबात करांगे एक बड़े बयान की, जिस दे विच यह कहा गया कि भगवंत मान लोकां नूं गुमराह कर रहे हैं, मान सरकार लोकां नूं गुमराह कर रही है। ये असर बयान है किसका, किस संदर्भ दे विच है, तो इस बयान तो बाद ਹੁਣ ਇਸ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਪੈਣ ਵਾਲਾ ਹੈ, ਗੱਲਬਾਤ ਇਸ ਦੇ ਉੱਪਰ ਕਰਾਂਗੇ। ਤੇ ਉਧਰ ਗੱਲਬਾਤ ਕਰਾਂਗੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦੇ ਉੱਪਰ ਚੱਲ ਰਹੀ ਟਸਲ ਦੀ, ਜਿਸ ਦੇ ਵਿੱਚ ਹੁਣ ਇੱਕ ਨਵਾਂ ਮੋੜ ਆਉਂਦੇ ਹੋਏ, ਜਿੱਥੇ ਕੱਲ ਭਾਰਤ ਸਰਕਾਰ ਦੇ ਵੱਲੋਂ ਇੱਕ ਅਲਟੀਮੇਟਮ ਕੈਨੇਡਾ ਨੂੰ ਦਿੱਤਾ ਗਿਆ ਸੀ, ਉੱਥੇ ਹੀ ਕੈਨੇਡਾ ਦੇ ਵੱਲੋਂ ਜਸਟਿਨ ਟਰੂਡੋ ਦੇ ਵੱਲੋਂ ਇੱਕ ਤਿੱਖਾ ਪ੍ਰਤੀਕਰਮ, ਇੱਕ ਨਵਾਂ ਬਿਆਨ इस मामले के उपर आया। की वो बयान है, गलबात इस उपर करांगे। सत श्री अकाल, मैं लखविंदर सिंह मान ते तुसी देख रहे हो खबर सवेर। इन्हां सारियां खबरां दे उपर विस्तार दे नाल चर्चा करने के लिए मेरे नाल जुड़ चुके ने प्रोफैसर मनजीत सिंह अणखी जी। सब तो पहला स्वागत कर लैंदे हां। अणखी जी, स्वागत है प्रोग्राम दे विच। बहुत बहुत शुक्रिया मान साहब। सर, पिछले काफ़ी दिनों तो खास तौर पर जे आपां गल करिए खैरा साहब की गिरफ्तारी तो बाद एक ट्वीट वार चल रही है पंजाब की सियासत दे विच, खास तौर पर LOP लीडर प्रताप सिंह बाजवा तलखी दे विच ने लगातार हमलावर रुख है सरकार के विरुद्ध उन्हों का। जेकर हुण गल करिए नवे बयान की, उन्होंने हुण अरविंद केजरीवाल नूं भी निशाने के उपर लै लिया है, तो नाल ही नाल प्रताप सिंह बाजवा नूं भी एक चैलेंज किया सिक्योरिटी नूं लैके। हुण अरविंद केजरीवाल तो सवाल की पूछे ने कि अरविंद केजरीवाल इन्हां सवालों का हुण जवाब दे पाउणगे जिहड़े सवाल पूछे ने, तो किहड़ा वो चैलेंज है जिहड़ा उन्होंने हुण सिक्योरिटी के मसले के उपर सीएम भगवंत मान नूं कीता। कि भगवंत मान इस चैलेंज नूं स्वीकार करनगे? किवें देख रहे हो पूरे मसले नूं? सवाल की ने, चैलेंज की है? मान साहब, कल कांग्रेस वलों पंजाब दी कांग्रेस जिहड़ी इकाई है सुखपाल सिंह खैरे की गिरफ्तारी के विरोध दे विच DGP दफ्तर ते घिराव करन दा ऐलान जिहड़ा वो कीता गया सी, प्रोग्राम सी। उस तो इलावा नाल ही उन्होंने वालों मीटिंग और करनी सी, घिराव करना सी। तो उस संदर्भ दे विच कल कांग्रेसी वर्कर कांग्रेस भवन विच इकट्ठे हुंदे आ और उत्थे जिस तरीके दे नाल फिर सुखपाल सिंह खैरे की गिरफ्तारी के विरोध दे विच एक रोस प्रदर्शन जिहड़ा कीता गया, और रोस प्रदर्शन करन तो बाद विरोधी धिर दे नेता सरदार प्रताप सिंह बाजवा सामने आउंदे आ, राजा वड़िंग भी उत्थे मौके ते हुंदे आ, ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੜੇ ਢੁਕਵੇਂ ਪ੍ਰਸ਼ਨ ਜਿਹੜੇ ਆ ਉਹ ਉਠਾਏ ਗਏ ਆ, ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਦੇ ਸੰਦਰਭ ਦੇ ਵਿੱਚ। ਔਰ ਉਹ ਸੰਦਰਭ ਕਿਹੜਾ ਜਿਸ ਦਾ ਸਿੱਧਾ ਸੰਬੰਧ ਜਿਹੜਾ ਹੈਗਾ ਸੁਖਪਾਲ ਸਿੰਘ ਖਹਿਰੇ ਦੇ ਨਾਲ ਹੈ। ਜਿਸ ਤਰੀਕੇ ਨਾਲ ਅੱਜ ਤੋਂ 2 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਇੱਕ ਪਬਲਿਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਆਖੀ ਸੀ ਕਿ ਇੱਕ ਨਸ਼ੇ ਦੇ ਇੱਕ ਬਹੁਤ ਵੱਡੇ ਤਸਕਰ ਨੂੰ ਆ ਜਿਹੜਾ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ, ਜਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸੇ ਬਿਆਨ ਨੂੰ ਆਧਾਰ ਬਣਾਉਂਦਿਆਂ ਹੋਇਆ ਪ੍ਰਤਾਪ ਜਿਹੜਾ ਕੀਤਾ, ਕਹਿੰਦੇ ਕਿ ਜੇਕਰ ਤੁਹਾਨੂੰ ਇਸ ਗੱਲ ਦਾ ਪਤਾ ਕਿ ਉਹ ਨਸ਼ੇ ਦਾ ਵੱਡਾ ਤਸਕਰ ਸੀ ਤਾਂ ਫਿਰ 2017 ਦੇ ਵਿੱਚ ਉਸ ਨੂੰ ਜਿਹੜੀ ਟਿਕਟ ਜਿਹੜੀ ਆ ਕਿਉਂ ਦਿੱਤੀ ਗਈ? ਟਿਕਟ ਵੀ ਚਲੋ ਦੇ ਦਿੱਤੀ, ਜਦੋਂ ਫਿਰ ਫੂਲਕਾ ਸਾਹਿਬ ਅਸਤੀਫਾ ਦੇ ਜਾਂਦੇ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਦੇ ਵਿੱਚ ਵਜੋਂ, ਤਾਂ ਫਿਰ ਬਾਅਦ ਵਿੱਚ ਸੁਖਪਾਲ ਸਿੰਘ ਖਹਿਰੇ ਨੂੰ ਕਿਉਂ ਬਣਾਇਆ ਗਿਆ? ਆਪਣੇ ਆਪ 'ਚ ਬਹੁਤ ਵੱਡਾ ਪ੍ਰਸ਼ਨ ਆ। ਔਰ ਜਿਸ ਤਰੀਕੇ ਨਾਲ ਵੀਡੀਓ ਉਹ ਵਾਇਰਲ ਹੋ ਰਹੀਆਂ ਨੇ ਉਸ ਸੰਦਰਭ ਦੇ ਵਿੱਚ, ਜਿੱਥੇ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਆ ਸੁਖਪਾਲ ਸਿੰਘ ਖਹਿਰੇ ਦੀ ਪਿੱਠ ਤੇ ਖਲੋਤੇ ਨਜ਼ਰ ਆਉਂਦੇ ਆ, ਔਰ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਇਹ ਸਾਰਾ ਸਿਆਸੀ ਬਦਲਾਖੋਰੀ ਦਾ ਨਤੀਜਾ। ਇਸ ਸੰਦਰਭ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਅਰਵਿੰਦ ਕੇਜਰੀਵਾਲ ਤੇ ਉਭਰੇ ਆ। ਉਹਨਾਂ ਨੇ ਕਿਹਾ ਕਿ ਫਿਰ ਸਾਬਿਤ ਕਰੋ ਜੇ ਵਾਕਈ ਇਹੋ ਜਿਹੀ ਚੀਜ਼ ਆ, ਜਾਂ ਤਾਂ ਫਿਰ ਤੁਸੀਂ ਉਦੋਂ ਗਲਤ ਸੀ ਤੇ ਜਾਂ ਫਿਰ ਤੁਸੀਂ ਹੁਣ ਗਲਤ ਜੇ। ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੈਗਾ ਕਿ ਬੰਦਾ ਦੋਹਰੀ ਭੂਮਿਕਾ ਕਿਵੇਂ ਨਿਭਾਉਂਦਾ। ਪਹਿਲਾਂ ਜਦੋਂ ਬੰਦਾ ਤੁਹਾਡੀ ਧਿਰ 'ਚ ਆ ਉਸ ਵਕਤ ਉਹ ਬਿਲਕੁਲ ਸਾਫ਼ ਸੁਥਰਾ ਆ, ਤੇ ਜਦੋਂ ਬੰਦਾ ਹੁਣ ਦੂਜੀ ਧਿਰ ਵਿੱਚ ਆ ਕੇ ਤੁਹਾਡੇ ਮੁੱਦਿਆਂ ਤੇ ਗੱਲ ਕਰਦਾ ਤਾਂ ਫਿਰ ਤੁਸੀਂ ਉਸ ਨੂੰ ਇਸ ਨਜ਼ਰੀਏ ਤੋਂ ਦੇਖਦੇ ਸੀ। तो प्रताप सिंह बाजवा ने यह प्रश्न जरा वाजिब उठाया, क्योंकि जिस तरीके जनतक रैली
ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰੇ ਨੂੰ ਨਿਸ਼ਾਨੇ ਤੇ ਲਿਆ। ਪ੍ਰਤਾਪ ਸਿੰਘ ਬਾਜਵਾ ਹੁਣ ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਘੇਰਿਆ, ਪੰਜਾਬ ਸਰਕਾਰ ਦੀ ਕਾਰਜਸ਼ੈਲੀ ਨੂੰ ਵੀ ਭੰਡਿਆ ਔਰ ਕਿਸ ਤਰੀਕੇ ਨਾਲ ਅਮਨ ਤੇ ਕਾਨੂੰਨ ਦੀਆਂ ਜਿਹੜੀਆਂ ਧੱਜੀਆਂ ਉੱਡ ਰਹੀਆਂ ਨੇ ਸੁਖਪਾਲ ਸਿੰਘ ਖਹਿਰੇ ਦੇ ਸੰਬੰਧ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਉਸ ਨੂੰ ਵੀ ਸਾਰਾ ਜਿਹੜਾ ਅਸੀਂ ਕਹਿ ਸਕਦੇ ਕਿ ਵਿਸਤਾਰ ਸਾਹਿਤ ਜਿਹੜਾ ਉਹ ਪੇਸ਼ ਕੀਤਾ। ਹੁਣ ਮੁੱਦੇ ਜਿਹੜੇ ਜਿਸ ਸੰਦਰਭ ਦੇ ਵਿੱਚ ਉਹਨਾਂ ਨੇ ਗਿਣਾਏ ਕਿ ਜਦੋਂ ਸੁਖਪਾਲ ਸਿੰਘ ਖਹਿਰੇ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਕਿਸੇ ਵੀ ਕਾਨੂੰਨੀ ਪ੍ਰਕਿਰਿਆ ਨੂੰ ਠੀਕ ਤਰੀਕੇ ਨਾਲ ਜਿਹੜਾ ਉਹ ਨਹੀਂ ਲਿਆ ਗਿਆ, ਪੁਲਿਸ ਉਹਨਾਂ ਦੇ ਘਰ ਵਿੱਚ ਇੱਦਾਂ ਦਾਖਲ ਹੁੰਦੀ ਹੈ ਜਿਵੇਂ ਉਹ ਬਹੁਤ ਤਗੜੇ ਮੁਜਰਮ ਹੋਣ ਜਾਂ ਬਹੁਤ ਤਗੜੇ ਕਿਸੇ ਚੀਜ਼ ਵਿੱਚ ਇਨਵੋਲਵ ਹੋਏ ਹੋਣ, ਕਿਸੇ ਵੀ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਨਹੀਂ ਲਿਆ ਗਿਆ। ਜਦੋਂ ਚੰਡੀਗੜ੍ਹ ਜਾਂਦੇ, ਚੰਡੀਗੜ੍ਹ ਦੀ ਪੁਲਿਸ ਵੀ ਉਹਨਾਂ ਦੇ ਨਾਲ ਨਹੀਂ ਹੈਗੀ। ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਦਾ ਇਹ ਨਤੀਜਾ ਹੈਗਾ। ਸਿਰਫ ਤੇ ਸਿਰਫ ਕਹਿੰਦੇ ਇਸ ਤੋਂ ਵੱਡੀ ਮਿਸਾਲ ਹੋਰ ਕੀ ਮਿਲ ਸਕਦੀ ਹੈ ਕਿ ਇੱਕ ਪਾਸੇ ਤਾਂ ਪੰਜਾਬ ਦੇ ਅੰਦਰ ਰਾਜਜੀਤ ਸਿੰਘ ਵਰਗੇ ਬੰਦੇ, ਜਿਹੜੇ ਰਾਜਜੀਤ SSP ਸਾਬਕਾ DIG ਸੀ ਹੁੰਦਲ, ਕਹਿੰਦਾ ਉਹ ਅਜੇ ਤੱਕ ਗ੍ਰਿਫਤਾਰ ਜਿਹੜਾ ਨਹੀਂ ਹੋ ਸਕਿਆ, ਔਰ ਦੂਜੇ ਪਾਸੇ DGP ਪੰਜਾਬ ਜਿਹੜੇ ਨੇ ਇਸ ਮੁੱਦੇ ਤੇ ਬਿਲਕੁਲ ਚੁੱਪ ਨੇ ਕਿ ਕਦੋਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੋਵੇਗੀ ਅੱਜ ਤੱਕ ਪਤਾ ਹੀ ਨਹੀਂ। ਤਾਂ ਦੂਸਰੇ ਪਾਸੇ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆ ਉਹਦੇ ਘਰ ਜਾ ਕੇ ਸਵੇਰ ਸਾਰੀ ਉਸ ਨੂੰ ਇਸ ਤਰੀਕੇ ਨਾਲ ਫੜ ਲਿਆ ਜਾਂਦਾ ਆ ਕਿ ਜਿਵੇਂ ਬਹੁਤ ਵੱਡਾ ਉਹ ਮੁਜਰਮ ਹੋਵੇ। ਤੀਸਰਾ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ SIT ਦਾ ਜਿਹੜਾ ਮੁਖੀ ਆ ਉਹ ਮੁਖੀ ਆ ਕਿ ਜਿਸ ਨੇ 2015 ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਜਿਹੜਾ ਪਰਚਾ ਜਿਹੜਾ ਉਹ ਦਰਜ ਕੀਤਾ ਤੇ ਕਹਿੰਦੇ ਉਸੇ ਹੀ ਸਵਪਨ ਜਿਹੜਾ ਇਸ ਵੇਲੇ ਜਿਹੜਾ ਅਧਿਕਾਰੀ SIT ਆ ਅਧਿਕਾਰੀ ਆ ਉਸੇ ਨੂੰ ਲਾ ਦਿੱਤਾ ਗਿਆ, ਜਿਹੜੀ ਨਿੱਜੀ ਤੌਰ ਤੇ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰੇ ਦੇ ਨਾਲ ਖਾਰ ਖਾਂਦਾ ਹੈਗਾ। ਸੋ ਇਹ ਸਾਰੇ ਪ੍ਰਸ਼ਨ ਉਹ ਨੇ ਮਾਨ ਸਾਹਿਬ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਕੱਲ ਪ੍ਰੈਸ ਕਾਨਫਰੰਸ ਵਿੱਚ ਜਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਠਾਏ ਦੇ। ਹੁਣ ਜੇਕਰ ਇਹਨਾਂ ਦਾ ਅਸੀਂ ਵਿਸ਼ਲੇਸ਼ਣ ਕਰੀਏ ਤਾਂ ਇਸ ਦੇ ਵਿੱਚ ਕੋਈ ਦੋ ਰਹਿਮਾ ਨਹੀਂ ਹੈ ਕਿ ਜਦੋਂ ਸੁਖਪਾਲ ਸਿੰਘ ਖਹਿਰੇ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਉਸ ਵਕਤ ਜਿਸ ਤਰੀਕੇ ਨਾਲ ਕਾਨੂੰਨੀ ਪ੍ਰਕਿਰਿਆ ਦੀਆਂ ਧੱਜੀਆਂ ਡਾਈਆਂ ਗਈਆਂ ਸਾਰਿਆਂ ਦੇ ਸਾਹਮਣੇ ਹੈ। ਫਿਰ 2 ਦਿਨ ਤੋਂ ਬਾਅਦ ਜਦੋਂ ਉਹਨਾਂ ਦਾ ਰਿਮਾਂਡ ਲਿਆ ਜਾਂਦਾ ਤਾਂ ਰਿਮਾਂਡ ਦਾ ਮਤਲਬ ਹੁੰਦਾ ਕਿ ਪੁਲਿਸ ਵਾਲਿਆਂ ਨੇ ਕੁਝ ਪੁੱਛਗਿੱਛ ਕਰਨੀ ਆ, ਤਾਂ ਉਹ ਪੁੱਛਗਿੱਛ ਕਰਨ ਵਾਲਾ ਕੋਈ ਵੀ ਅਧਿਕਾਰੀ ਉੱਥੇ ਪਹੁੰਚੇ ਹੀ ਨਹੀਂ। ਤੇ ਜਦੋਂ ਫਿਰ 2 ਦਿਨ ਦੇ ਰਿਮਾਂਡ ਤੋਂ ਬਾਅਦ ਪੁਲਿਸ ਮਾਨਯੋਗ ਅਦਾਲਤ ਵਿੱਚ ਖਹਿਰੇ ਨੂੰ ਪੇਸ਼ ਕਰਦੀ ਆ ਤਾਂ ਫਿਰ ਜਿਸ ਤਰੀਕੇ ਨਾਲ ਖਹਿਰਾ ਸਾਹਿਬ ਕਹਿੰਦੇ ਕਿ ਹਾਂ ਵੀ ਕੁਝ ਵੀ ਨਹੀਂ ਹੋਇਆ ਤੇ ਪੰਜਾਬ ਪੁਲਿਸ ਉਲਟਾ ਫਿਰ 10 ਦਿਨ ਦਾ ਰਿਮਾਂਡ ਮੰਗਦੀ ਆ, ਤਾਂ ਜੱਜ ਉਹਨਾਂ ਦੀਆਂ ਜਿਹੜੀਆਂ ਅਸੀਂ ਕਹਿ ਸਕਦੇ ਕਿ ਦਿੱਤੀਆਂ ਦਲੀਲਾਂ ਨੂੰ ਰੱਦ ਕਰਦੇ ਆ ਸੁਖਪਾਲ ਸਿੰਘ ਖਹਿਰੇ ਹੋਣਾ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੰਦੇ ਨੇ 14 ਦਿਨ ਵਾਸਤੇ। ਤਾਂ ਇੱਥੋਂ ਸਾਫ਼ ਜ਼ਾਹਿਰ ਹੋ ਜਾਂਦਾ ਕਿ ਸੁਖਪਾਲ ਸਿੰਘ ਦੀ ਖਹਿਰੇ ਦੀ ਜਿਹੜੀ ਗ੍ਰਿਫਤਾਰੀ ਆ ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਦਾ ਨਤੀਜਾ, ਕਿਉਂਕਿ ਜਿਸ ਤਰੀਕੇ ਨਾਲ ਬੀਤੇ ਲੰਮੇ ਸਮੇਂ ਤੋਂ ਉਹ ਪੰਜਾਬ ਸਰਕਾਰ ਨੂੰ ਮੁੱਦਿਆਂ ਤੇ ਆਧਾਰ ਤੇ ਘੇਰਦੇ ਰਹੇ ਆ ਔਰ ਮੁੱਦਿਆਂ ਤੇ ਆਧਾਰ ਤੇ ਘੇਰਦਿਆਂ ਉਹ ਮੁੱਖ ਮੰਤਰੀ ਦੇ ਰਡਾਰ ਤੇ ਆ ਗਏ, ਤਾਂ ਸਿਰਫ ਤੇ ਸਿਰਫ ਉਹਨਾਂ ਨੂੰ ਜਿਸ ਤਰ੍ਹਾਂ ਡੀਫੇਮ ਕਰਦਾ ਜਾਂ ਉਹਨਾਂ ਦੇ ਅਕਸ ਨੂੰ ਧੁੰਦਲਾ ਕਰਨ ਦੇ ਮੁੱਦੇ ਦੇ ਉੱਤੇ ਹੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਹੈ, ਜਦੋਂ ਕਿ ਇਸ ਗ੍ਰਿਫਤਾਰੀ ਦਾ ਕੋਈ ਵੀ ਜਿਹੜਾ ਅਰਥ ਆ ਉਹ ਰਹਿ ਨਹੀਂ ਜਾਂਦਾ। ਤੇ ਜੇ ਵਾਕਈ ਫਿਰ ਅਰਥ ਗ੍ਰਿਫਤਾਰੀ ਤੱਥਾਂ ਦੇ ਆਧਾਰ ਤੇ ਹੋਈ ਤਾਂ ਫਿਰ ਇਹ 2 ਦਿਨ ਦਾ ਰਿਮਾਂਡ ਵਾਂਸਾ ਫਿਰ 2 ਦਿਨ ਦਾ ਰਿਮਾਂਡ ਨਹੀਂ ਸੀ ਰਹਿਣਾ, ਫਿਰ ਘੱਟ ਤੋਂ ਘੱਟ 10 ਦਿਨ ਦਾ ਰਿਮਾਂਡ ਬਣ ਜਾਣਾ ਸੀ ਤਾਂ ਅਦਾਲਤ ਨੇ ਵੀ ਰਿਮਾਂਡ ਦੇ ਦੇਣਾ ਸੀ। ਪਰ ਜਦੋਂ ਪੁਲਿਸ ਪੇਸ਼ ਹੀ ਕੁਝ ਨਹੀਂ ਕਰ ਸਕੀ ਤਾਂ ਸਾਫ਼ ਜਗ ਜ਼ਾਹਰ ਹੋ ਗਿਆ ਕਿ ਇਹ ਨਤੀਜਾ ਕੇਵਲ ਤੇ ਕੇਵਲ ਸਿਆਸੀ ਬਦਲਾਖੋਰੀ ਦਾ ਹੈਗਾ। ਦੂਜਾ ਹੋਰ ਆਪੀ ਵਿਸ਼ਲੇਸ਼ਣ ਕਰਦੇ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਜਿਸ ਤਰੀਕੇ ਨਾਲ ਪ੍ਰਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਠਾਏ ਨੇ, ਬਿਲਕੁਲ ਉਸੇ ਸੰਦਰਭ 'ਚ ਜੇਕਰ ਅਸੀਂ ਉਹਨਾਂ ਸਥਿਤੀਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਰਾਜਜੀਤ ਹੁੰਦਲ ਪਿਛਲੇ 6 ਮਹੀਨਿਆਂ ਤੋਂ ਫਰਾਰ ਆ। ਜਦੋਂ ਕਿ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਆਣ ਕੇ ਟਵੀਟ ਕਰਤਾ ਕਿ ਅਸੀਂ ਫੜ ਰਹੇ ਹਾਂ, ਉਹ ਬੰਦਾ ਉੱਥੋਂ ਨਿਕਲ ਗਿਆ। ਇਹੋ ਜਿਹੀ ਗੱਲ ਜਿਹੜੇ ਗੈਂਗਸਟਰ ਗੋਲਡੀ ਬਰਾੜ ਆ ਉਹਦੇ ਸੰਦਰਭ ਵੀ ਤੁਹਾਨੂੰ ਯਾਦ ਹੋਏਗਾ ਕਿ ਮੁੱਖ ਮੰਤਰੀ ਸਾਹਿਬ ਨੇ ਗੁਜਰਾਤ ਦੀ ਇਲੈਕਸ਼ਨ ਦੇ ਵਿੱਚ ਬੜੀ ਵੱਡੀ ਸਟੇਟਮੈਂਟ ਦੇ ਦਿੱਤੀ ਕਿ ਉਹ ਫੜ ਲਿਆ ਗਿਆ, ਡਿਟੇਨ ਕਰ ਲਿਆ ਗਿਆ, ਉਹ ਬੰਦਾ ਅਜੇ ਤੱਕ ਵੀ ਬਾਹਰ ਕਾਬੂ ਨਹੀਂ ਆਇਆ। ਤਾਂ ਇਹੋ ਜਿਹੀਆਂ ਜਿਹੜੀਆਂ ਸਥਿਤੀਆਂ ਨੇ। ਦੂਸਰੇ ਪਾਸੇ ਤੁਸੀਂ ਇਹ ਲੈ ਲਓ ਕਿ ਜਿਹੜੇ ਵੱਖ-ਵੱਖ ਸਾਬਕਾ ਕਾਂਗਰਸ ਦੇ ਮੌਜੂਦਾ ਭਾਜਪਾ ਭਾਜਪਾ ਨਾਲ ਸੰਬੰਧਿਤ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਜਾਂ ਦੂਸਰੇ ਪਾਸੇ ਭਰਪਿੰਦਰ ਚਾਲ ਜਿਹੜੇ ਬੰਦੇ ਨੇ ਉਹ ਅੱਜ ਤੱਕ ਜਿਹੜੇ ਪੁਲਿਸ ਕੋਲ ਫੜੇ ਹੀ ਨਹੀਂ ਗਏ, ਪਤਾ ਹੀ ਨਹੀਂ ਕਿੱਥੇ ਨੇ। ਤੇ ਦੂਜੇ ਪਾਸੇ ਜਦੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਜਾ ਕੇ ਸਵੇਰੇ 6:30 ਵਜੇ ਜਾਂ 5:30 ਫੜ ਦਿੰਦੇ ਜੇ ਤਾਂ ਫਿਰ ਤਾਂ ਸਵਾਲ ਜਿਹੜੇ ਆ ਮਾਨ ਸਾਹਿਬ ਉਹ ਉੱਠਣੇ ਆ। ਇੱਕ ਮੁੱਦਾ ਨਹੀਂ ਆ, ਇਹ 'ਚ ਵਿੱਚ ਰਾਜਜੀਤ ਹੁੰਦਲ ਦਾ ਮੁੱਦਾ ਲੈ ਲਓ, ਮਨਪ੍ਰੀਤ ਸਿੰਘ ਬਾਦਲ ਦਾ ਲੈ ਲਓ, ਭਰਪਿੰਦਰ ਸਿੰਘ ਚਾਲ ਦਾ ਲੈ ਲਓ, ਨਵਦੀਪ ਸਿੰਘ SHO ਦਾ ਲੈ ਲਓ, ਕਿੰਨੇ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਪੁਲਿਸ ਕਰ ਰਹੀ ਆ ਪਰ ਬੰਦੇ ਬਿਲਕੁਲ ਫਰਾਰ ਨੇ ਤੇ ਜਾਂ ਪੁਲਿਸ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਜਾਣ ਕੇ ਨਹੀਂ ਕਰ ਰਹੀ ਜਾਂ ਉੱਪਰੋਂ ਇਹੋ ਜਿਹੀਆਂ ਹਦਾਇਤਾਂ ਨੇ ਕਿ ਕੇਵਲ ਤਾਂ ਕੇਵਲ ਚੁੱਪ ਰਹਿਣਾ ਆ
ਚੱਲਣ ਤੋਂ ਜਿਸ ਤਰੀਕੇ ਨਾਲ ਹੁੰਦਾ। ਪਰ ਹਾਂ, ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਉਹਨਾਂ ਨੂੰ ਬੁਰੀ ਤਰ੍ਹਾਂ ਠੋਕ ਦਿਓ। ਤੇ ਜਿਸ ਤਰੀਕੇ ਦਾ ਮਿਸਾਲ ਜਿਹੜੀ ਆ ਉਹ ਸੁਖਪਾਲ ਸਿੰਘ ਖਹਿਰੇ ਦੇ ਸੰਦਰਭ 'ਚ ਵੇਖਣ ਨੂੰ ਮਿਲਦੀ ਆ, ਜਿਹੜਾ ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਦਾ ਹੀ ਨਤੀਜਾ ਆ, ਜਿਸ ਆਧਾਰ ਤੇ ਕੱਲ ਪੰਜਾਬ ਦੀ ਕਾਂਗਰਸ ਇਕਾਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਜਾਂ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਮੌਜੂਦਾ ਸਰਕਾਰ ਨੂੰ ਘੇਰਿਆ ਹੈਗਾ। ਪਰ ਸਰ ਇੱਕ ਹੋਰ ਵੀ ਅਹਿਮ ਮਸਲਾ ਜਿਸ ਮਾਮਲੇ ਦੇ ਉੱਪਰ ਹੁਣ ਸੀਐਮ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਆਮੋ ਸਾਹਮਣੇ ਨੇ, ਤੇ ਉਹਦੇ ਵਿੱਚ ਵੀ ਹੁਣ ਟਵੀਟ ਵਾਰ ਸ਼ੁਰੂ ਹੋ ਚੁੱਕਿਆ ਹੈਗਾ। ਗੱਲ ਕਰ ਰਹੇ ਹਾਂ 32 ਵਿਧਾਇਕਾਂ ਨੂੰ ਲੈ ਕੇ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਦਾ ਦਮ ਭਰ ਰਹੇ ਨੇ ਵੀ 32 ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਨੇ, ਜਿਸ ਦੇ ਉੱਪਰ ਕੱਲ ਸੀਐਮ ਸਾਹਿਬ ਦੇ ਵੱਲੋਂ ਚੁਟਕੀ ਲੈਂਦੇ ਇਹ ਗੱਲ ਕਹੀ ਗਈ ਤੁਹਾਡੇ 17 ਹੀ ਤੁਹਾਡੇ ਸੰਪਰਕ 'ਚ ਨਹੀਂ, ਤੁਹਾਡਾ ਭਰਾ ਵੀ ਤੁਹਾਡੇ ਸੰਪਰਕ ਦੇ ਵਿੱਚ ਨਹੀਂ। ਹੁਣ ਉਸ ਮਾਮਲੇ ਦੇ ਉੱਪਰ ਵੀ ਕਹਿੰਦੇ ਚੈਲੰਜ ਕਰ ਦਿੱਤਾ ਗਿਆ ਗਾ ਸੀਐਮ ਮਾਨ ਸਾਹਿਬ ਨੂੰ। ਕੀ ਚੈਲੰਜ ਕੀ ਆ ਉਹ ਜਿਹੜਾ ਕੱਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੀਤਾ ਗਿਆ ਇਸ ਸੰਦਰਭ ਦੇ ਵਿੱਚ? ਮਾਨ ਸਾਹਿਬ ਉਹਨਾਂ ਨੇ ਜਿਸ ਤਰੀਕੇ ਨਾਲ ਪਹਿਲਾਂ ਚੁਟਕੀ ਤਾਂ ਭਗਵੰਤ ਮਾਨ ਹੋਣਾ ਨੇ ਲਈ, ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆ ਸੀ ਕਿ 32 ਵਿਧਾਇਕ ਜਿਹੜੇ ਨੇ ਉਹ ਸਾਡੇ ਸੰਪਰਕ 'ਚ ਨੇ। ਉਸ ਤੋਂ ਮਗਰੋਂ ਭਗਵੰਤ ਮਾਨ ਹੋਣਾ ਦਾ ਇਹ ਟਵੀਟ ਆ ਜਾਂਦਾ ਕਿ ਤੁਸੀਂ 32 ਨੂੰ ਤਾਂ ਛੱਡੋ, ਤੁਸੀਂ ਆਪਣੇ ਜਿਹੜੇ 17-18 ਹੈਗੇ ਤੁਸੀਂ ਉਹਨਾਂ ਨੂੰ ਇੱਕ ਲਾਈਨ 'ਚ ਲਿਆ ਕੇ ਦੱਸ ਦਿਓ। ਤਾਂ ਉਸ ਤੋਂ ਮਗਰੋਂ ਕੁਦਰਤੀ ਤਾਂ ਉੱਥੇ ਰਿਐਕਸ਼ਨ ਤਾਂ ਹੋਣਾ ਹੀ। ਤਾਂ ਪ੍ਰਤਾਪ ਸਿੰਘ ਬਾਜਵਾ ਹੋਣਾ ਦਾ ਇਹ ਬਿਆਨ ਆ ਗਿਆ ਕਿ ਜੇ ਮੈਂ 32 ਵਿਧਾਇਕਾਂ ਦੇ ਨਾਮ ਲਈ ਤਾਂ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਉਹ ਨਿਕਲ ਜਾਣੀ ਹੈ। ਤੇ ਤੁਸੀਂ ਮਤਲਬ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਚਿਰ ਪਰਚ ਅੰਦਾਜ਼ ਚੱਕਿਆ ਕਿ ਮਹਾਰਾਜਾ ਸੰਤੋਖ ਚਲਾਇਆ ਲੋਕ, ਜੇ ਤੁਸੀਂ 3 ਕਰੋੜ ਲੋਕਾਂ ਦੀ ਗੱਲ ਕਰਦੇ ਜੇ ਕਿ ਉਹਨਾਂ ਨੇ ਤੁਹਾਨੂੰ ਫੁੱਲ ਵਰਸਾਏ ਤੇ ਤੁਸੀਂ ਉਹ ਤੁਹਾਡੇ ਹੁਣ ਫੁੱਲ ਪਾਉਣ ਦੀ ਤਿਆਰੀ 'ਚ ਨੇ ਪੰਜਾਬ ਦੇ ਲੋਕ, ਜਿਨ੍ਹਾਂ ਨੇ ਤੁਹਾਨੂੰ ਇੱਥੋਂ ਲਿਆਂਦਾ ਜਾਂ ਤੁਹਾਨੂੰ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਚੁਣਿਆ। ਖੈਰ ਇਹ ਟਵੀਟ ਦੀ ਇਹ ਗੱਲ ਇੱਕ ਹੁਣ ਅੱਜ ਕੱਲ੍ਹ ਇੱਕ ਖਾਸ ਰਿਵਾਜ ਜਿਹੜਾ ਮਾਨ ਸਾਹਿਬ ਇਹ ਬਣ ਚੁੱਕਾ, ਚਾਹੇ ਭਗਵੰਤ ਮਾਨ ਹੋਣੀ ਹੋਣ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣੀ ਹੋਣ, ਚਾਹੇ ਸੁਖਪਾਲ ਸਿੰਘ ਖਹਿਰਾ ਹੋਣੀ ਹੋਣ, ਚਾਹੇ ਸੁਖਬੀਰ ਸਿੰਘ ਬਾਦਲ ਹੋਣੀ ਹੋਣ, ਅੱਜ ਕੱਲ੍ਹ ਟਵੀਟ ਹੋਣਾ ਇੱਕ ਆਮ ਸਧਾਰਨ ਜਿਹੜੀ ਗੱਲ ਬਣ ਚੁੱਕਾ। ਪਰ ਜਿਹੜਾ ਸਭ ਤੋਂ ਵੱਡਾ ਮਹੱਤਵਪੂਰਨ ਪ੍ਰਸ਼ਨ ਇਹ ਆ ਕਿ ਜੇ ਵਾਕਿਆ ਹੀ ਮਾਨ ਸਾਹਿਬ 32 ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੇ ਸੰਪਰਕ 'ਚ ਨੇ, 18 ਜਿਹੜੇ 17-18 ਇਹਨਾਂ ਤੇ ਬਣ ਜਾਂਦੇ ਆ, ਤਾਂ ਫਿਰ ਸਰਕਾਰ ਜਿਹੜੀ ਹੈ ਬਣ ਜਾਂਦੀ ਹੈ ਥੋੜ੍ਹੀ ਬਹੁਤੀ 32 ਤੇ 18 50 ਬਣ ਜਾਂਦੇ ਮੇਰਾ ਖਿਆਲ, ਜੇ ਮੈਂ ਗਲਤ ਨਾ ਹੋਵਾਂ। ਤੇ 59 ਜਾਂ 57 58 ਚਾਹੀਦੇ 7-8 ਵਿਧਾਇਕ ਜਿਹੜੇ ਹੋਰ ਤੋੜੇ ਜਾ ਸਕਦੇ ਆ, ਤਾਂ ਸਰਕਾਰ ਜਿਹੜੀ ਬਣਾਈ ਜਾ ਸਕਦੀ ਹੈ, ਕੋਈ ਵੀ ਪਾਰਟੀ ਜਿਹੜੀ ਬਣਾਉਣੀ ਚਾਹੇ ਜੇਕਰ ਵਾਕਿਆ ਹੀ ਹਨ। ਪਰ ਮਾਨ ਸਾਹਿਬ ਇਹੋ ਜਿਹੇ ਜਿਹੜੇ ਬਿਆਨ ਨੇ ਕੇਵਲ ਤੇ ਕੇਵਲ ਸਿਆਸੀ ਬਿਆਨ ਹੁੰਦੇ ਨੇ, ਇੱਕ ਦੂਜੇ ਨੂੰ ਬਦਨਾਮ ਕਰਨ ਦੇ ਜਾਂ ਇੱਕ ਦੂਜੇ ਦੀ ਸਥਿਤੀ ਨੂੰ ਅਸੀਂ ਕਹਿ ਸਕਦੇ ਕਿ ਅਜਿਹਾ ਦੱਸਣ ਦੇ ਕਿ ਹਾਂ ਵੀ ਤੁਹਾਡੇ ਭਰੋਸਾ ਜਿਹੜਾ ਤੁਹਾਡੇ ਪ੍ਰਤੀ ਤੁਹਾਡੇ ਵਿਧਾਇਕਾਂ ਦਾ ਜਿਹੜਾ ਗਵਾ ਚੁੱਕਾ ਹੈਗਾ। ਇਹੋ ਜਿਹੇ ਬਿਆਨਾਂ ਨੂੰ ਮਹਿਜ ਲੋਕ ਚੰਗੀ ਤਰ੍ਹਾਂ ਸੁਣ ਲੈਂਦੇ ਆ ਕਿ ਠੀਕ ਆ, ਲੋਕਾਂ ਦਾ ਵੀ ਮਨ ਪਰਚਾਵਾ ਲੱਗਾ ਰਹਿੰਦਾ, ਲੋਕਾਂ 'ਚ ਵੀ ਉਤਸੁਕਤਾ ਜਿਹੜੀ ਉਹ ਬਣੀ ਰਹਿੰਦੀ ਆ ਕਿ ਹਾਂ ਬਈ ਉਹ ਕਿਹੜੇ 32 ਵਿਧਾਇਕ ਹੋਣਗੇ, ਦੂਜੇ ਪਾਸੇ ਇਹ ਕਿਹੜੇ 17 ਨੂੰ ਗੱਲ ਕਰਦੇ ਆ ਜਿਹੜੇ ਇੱਕ ਲਾਈਨ 'ਚ ਨਹੀਂ ਆ। ਬਾਕੀ ਮਾਨ ਸਾਹਿਬ ਇਹ ਸਥਿਤੀਆਂ ਜਿਹੜੀਆਂ ਨੇ, ਇਹੋ ਜਿਹੇ ਬਿਆਨ ਜਿਹੜੇ ਨੇ, ਇਹ ਮਹਿਜ ਰਾਜਨੀਤੀ ਦੇ ਵਿੱਚ ਇਸ ਵੇਲੇ ਰਿਵਾਜ ਬਣ ਚੁੱਕਾ, ਜਿਨ੍ਹਾਂ ਦੀ ਅਸਲੀਅਤ ਤੱਥਾਂ ਤੋਂ ਕੋਹਾਂ ਦੂਰ ਹੁੰਦੀ ਆ। ਕਿਉਂਕਿ ਇਹੋ ਜਿਹੇ ਬਿਆਨ ਪਹਿਲਾਂ ਵੀ ਹੁੰਦੇ ਰਹੇ ਨੇ, ਇਹੋ ਜਿਹੇ ਟਵੀਟ ਪਹਿਲਾਂ ਵੀ ਹੁੰਦੇ ਰਹੇ ਨੇ। ਗੱਲ ਤਾਂ ਹੈਗੀ ਕਿ ਜੇ ਫਿਰ ਵਾਕਿਆ ਹੀ 32 ਨੇ ਫਿਰ ਸਰਕਾਰ ਟੋਕ ਦਿਓ ਜਾਂ ਸਰਕਾਰ ਨੂੰ ਕਰੋ, ਜੇ 32 ਆ ਤੇ ਘੱਟ ਤੋਂ ਘੱਟ 15-16 ਹੋਰ ਇਕੱਠੇ ਕਰ ਲਓ, ਸਰਕਾਰ ਤਾਂ ਬਣੇ। ਪਰ ਅਜਿਹੇ ਬਿਆਨ ਮੇਰਾ ਨਹੀਂ ਖਿਆਲ ਕਿ ਸੱਚ ਹੁੰਦੇ ਆ। ਠੀਕ ਆ, ਲੋਕਾਂ ਦੇ ਮਨ ਪਰਚਾਵੇ ਵਾਸਤੇ ਜਾਂ ਚਰਚਾਵਾਂ ਵਾਸਤੇ ਜ਼ਰੂਰ ਇਹ ਦਿੱਤੇ ਜਾਂਦੇ ਨੇ, ਪਰ ਇਹਨਾਂ ਦੀ ਅਸਲੀਅਤ ਮਾਨ ਸਾਹਿਬ ਜਿਹੜੀ ਆ ਉਹ ਬਹੁਤ ਤੱਥਾਂ ਤੋਂ ਕੋਹਾਂ ਦੂਰ ਹੁੰਦੀ ਆ, ਜੋ ਬੀਤੇ ਸੰਦਰਭ ਦੇ ਵਿੱਚ ਵੇਖਿਆ ਗਿਆ। ਜੀ ਕੱਲ ਸਰ ਜਿੱਥੇ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮਾਨ ਸਰਕਾਰ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੋਂ ਕੱਲ ਇੱਕ ਤਿੱਖਾ ਬਿਆਨ ਜਾਖੜ ਸਾਹਿਬ ਦੇ ਵੱਲੋਂ ਵੀ ਆਇਆ। ਉਹਨਾਂ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਮਾਨ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਹਨਾਂ ਨੇ ਹਵਾਲਾ ਦਿੱਤਾ 50,000 ਕਰੋੜ ਦੇ ਕਰਜ਼ੇ ਦੇ ਉੱਪਰ, ਤੇ ਉਹਨਾਂ ਨੇ ਕਿਹਾ ਵੀ ਜਿੱਥੇ ਭਗਵੰਤ ਮਾਨ ਜੀ ਆਪਣੀ ਚਿੱਠੀ ਦੇ ਵਿੱਚ ਜਿਹੜੀ ਚਿੱਠੀ 1-1 ਰੁਪਈਏ ਦਾ ਹਿਸਾਬ ਕੱਲ ਰਾਜਪਾਲ ਸਾਹਿਬ ਨੂੰ ਭੇਜਿਆ ਗਿਆ 3 ਪੰਨੇ ਦੀ ਚਿੱਠੀ ਦੇ ਵਿੱਚ, ਜਿੱਥੇ ਕਹਿੰਦੇ ਉਹ ਕਹਿ ਰਹੇ ਨੇ ਵੀ ਭਾਈ ਅਸੀਂ 27,000 ਕਰੋੜ ਰੁਪਈਆ ਪਿਛਲੇ ਜੋ ਪਹਿਲਾਂ ਕਰਜ਼ ਲੈਤਾ ਹੋਇਆ ਉਹਦੇ ਵਿਆਜ ਦੇ ਰੂਪ ਵਿੱਚ ਮੋੜਿਆ। ਕਹਿੰਦਾ ਉੱਥੇ ਹੀ ਉਹਨਾਂ ਦੇ ਵਿੱਤ ਮੰਤਰੀ ਕੁਝ ਦਿਨ ਪਹਿਲਾਂ ਇਹ ਬਿਆਨ ਦੇ ਰਹੇ ਸੀ ਵੀ ਅਸੀਂ 27,000 ਕਰੋੜ ਦਾ ਕਰਜ਼ਾ ਮੋੜਤਾ। ਇੱਕ ਪਾਸੇ ਕਰਜ਼ੇ ਦੀ ਗੱਲ, ਕਰਜ਼ਾ ਮੋੜਨ ਦੀ ਗੱਲ ਹੋ ਰਹੀ ਹੈ, ਦੂਜੇ ਪਾਸੇ ਵਿਆਜ ਮੋੜਨ ਦੀ ਗੱਲ ਹੋ ਰਹੀ ਹੈ। ਤੇ ਉਹ ਕਹਿ ਰਹੇ ਨੇ ਵੀ ਵੱਖ-ਵੱਖ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਹੁਣ ਕਿਵੇਂ ਦੇਖ ਰਹੇ ਹੋ ਇਸ ਮਾਮਲੇ ਦੇ ਉੱਪਰ, ਕਿਉਂਕਿ 50,000 ਕਰੋੜ ਦਾ ਮਸਲਾ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਬੁਰੀ ਤਰੀਕੇ ਨਾਲ ਭਖਿਆ ਹੋਇਆ। ਰਾਜਪਾਲ ਸਾਹਿਬ ਵੱਲੋਂ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਹਿਸਾਬ ਦੋ, ਤੇ ਕੱਲ ਮਾਨ ਸਾਹਿਬ ਨੇ ਜੇਕਰ ਹਿਸਾਬ ਦਿੱਤਾ ਤਾਂ ਫਿਰ ਵਿਰੋਧੀਆਂ ਦੇ ਵੱਲੋਂ ਉਹਨਾਂ ਨੂੰ ਘੇਰਿਆ ਗਿਆ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਮਾਨ ਸਾਹਿਬ ਜਿਸ ਤਰੀਕੇ ਨਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ
50,000 ਕਰੋੜ ਦਾ ਹਿਸਾਬ ਮੰਗਿਆ ਸੀ। ਉਦੋਂ ਮੰਗਿਆ ਸੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਇੱਕ ਚਿੱਠੀ ਲਿਖ ਕੇ ਇਹ ਬਨਵਾਰੀ ਲਾਲ ਪੁਰੋਹਿਤ ਹੋਣਾ ਪਾਸੋਂ ਮੰਗ ਕੀਤੀ ਕਿ ਉਹ ਜਿਹੜਾ RDF ਰੁਕਿਆ ਹੈ ਕੇਂਦਰ ਸਰਕਾਰ ਵੱਲ ਉਹ ਦਿਵਾਉਣ ਵਿੱਚ ਸਾਡੀ ਸਹਾਇਤਾ ਕਰਨ। ਤਾਂ ਫਿਰ ਉਹ ਚਿੱਠੀ ਦੇ ਜਵਾਬ ਦੇ ਵਿੱਚ ਬਨਵਾਰੀ ਲਾਲ ਪੁਰੋਹਿਤ ਹੋਣਾ ਨੇ ਕਿਹਾ ਸੀ ਕਿ ਹਾਂ ਭਈ ਪਹਿਲਾਂ ਤੁਸੀਂ ਮੈਨੂੰ ਉਸ 50,000 ਕਰੋੜ ਦਾ ਹਿਸਾਬ ਦਿਓ, ਤਾਂ ਫਿਰ ਤੁਹਾਡੀ ਜਿਹੜੀ ਗੱਲਬਾਤ ਕਰਾਂਗੇ। ਤਾਂ ਕੱਲ ਫਿਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਵੇਰਵਾ ਆ ਉਹ ਦੇ ਦਿੱਤਾ ਗਿਆ, ਜਿਹਦੇ ਵੇਰਵੇ ਦੇ ਵਿੱਚ 270 ਕਰੋੜ ਰੁਪਈਆ ਕਹਿੰਦੇ ਜੇ ਕਿ ਅਸੀਂ ਵਿਆਜ ਦੇ ਰੂਪ ਦੇ ਵਿੱਚ ਵਾਪਸ ਕੀਤਾ, ਜਿਹੜਾ ਪਿਛਲੀ ਸਰਕਾਰਾਂ ਵੱਲੋਂ ਕਰਜ਼ਾ ਲਿਆ ਗਿਆ ਸਮੇਂ ਤੇ ਉਹਦਾ ਵਿਆਜ ਜਿਹੜਾ ਹੁਣ ਤੱਕ 270 ਕਰੋੜ ਰੁਪਈਆ ਬਣਦਾ ਉਹ ਜਿਹੜਾ ਅਸੀਂ ਅਦਾ ਕੀਤਾ। ਇਹਦੇ ਨਾਲ ਹੀ ਕਹਿੰਦੇ ਕਿ 10 ਕਰੋੜ 208 ਲੱਖ ਰੁਪਈਆ ਜਿਹੜਾ ਪੂੰਜੀ ਖਰਚੇ ਵਾਸਤੇ ਜਿਹੜੇ ਉਹਨਾਂ ਨੇ ਪੰਜਾਬ ਵਿੱਚ ਖਰਚਿਆ ਜਿਹੜਾ ਹੈਗਾ। ਪਨਸਬ ਦੇ ਸਿਰ ਤੇ ਵੀ ਇਹ ਕਰਜ਼ਾ ਸੀ ਚੜਿਆ, ਉਹਨੂੰ ਲੀਹਾਂ ਤੇ ਲਾਉਣ ਵਾਸਤੇ 350 ਕਰੋੜ ਰੁਪਈਆ ਕਹਿੰਦੇ ਆਪਾਂ ਉਹ ਅਦਾ ਕੀਤਾ ਆ। ਇਸੇ ਤਰੀਕੇ ਨਾਲ PSEDAB ਜਿਹੜਾ ਹੈਗਾ ਆ ਉਹਦੇ ਵਾਸਤੇ ਵੀ 798 ਕਰੋੜ ਰੁਪਈਆ ਉਸ ਨੂੰ ਦਿੱਤਾ ਗਿਆ ਉਹਦੇ ਵਾਸਤੇ, ਕਿਉਂਕਿ ਉਹਦੇ ਸਿਰ ਤੇ ਵੀ ਕਰਜ਼ਾ ਸੀ। ਇਸੇ ਤਰ੍ਹਾਂ RDF ਦਾ ਜਿਹੜਾ ਸੀ ਉਸ ਨੂੰ 845 ਕਰੋੜ ਰੁਪਈਆ, ਔਰ ਬਿਜਲੀ ਦੀ ਸਬਸਿਡੀ ਜਿਹੜੀ ਦਿੱਤੀ ਜਾਂਦੀ ਰਹੀ ਹੈ 2017 ਤੋਂ ਲੈ ਕੇ 2022 ਤੱਕ ਸਬਸਿਡੀ ਜਿਹੜੀ ਬਣੀ ਸੀ 2556 ਕਰੋੜ ਰੁਪਈਆ ਕਹਿੰਦੇ ਨੇ ਉਹ ਅਸੀਂ ਜਿਹੜਾ ਅਦਾ ਕੀਤਾ ਹੈਗਾ। ਇਸੇ ਤਰੀਕੇ ਨਾਲ ਕਿਸਾਨਾਂ ਦੇ ਗੰਨੇ ਦਾ ਬਕਾਇਆ ਜਿਹੜਾ ਉਹ 108 ਜਿਹੜਾ ਕਰੋੜ ਸੀ ਉਹ ਅਸੀਂ ਕਿੰਨੇ ਦਿੱਤਾ ਆ, ਔਰ ਲੋਕ ਇਸ ਤਰੀਕੇ ਨਾਲ ਟੋਟਲ ਕਹਿੰਦੇ ਕਿ ਲੋਕਾਂ ਦੀ ਭਲਾਈ ਵਾਸਤੇ ਅਸੀਂ 48,530 ਕਰੋੜ ਰੁਪਈਆ ਜਿਹੜਾ ਆ ਉਹ ਹੁਣ ਤੱਕ ਜਿਹੜਾ ਖਰਚਾ। ਤੇ ਉਹਨਾਂ ਨੇ ਇਹ ਗੱਲ ਕਹੀ ਮੁੱਖ ਮੰਤਰੀ ਸਾਹਿਬ ਨੇ, ਇਹ ਚੰਗੀ ਗੱਲ ਆ ਕਿ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੇ ਸਾਡੇ ਕੋਲ ਹਿਸਾਬ ਮੰਗਿਆ ਤੇ ਅਸੀਂ ਪੂਰਨ ਤੌਰ ਤੇ ਉਹ ਹਿਸਾਬ ਦੀ ਪਾਈ ਦਾ ਹਿਸਾਬ ਜਿਹੜਾ ਉਹ ਦੇ ਦਿੱਤਾ। ਤੇ ਹੁਣ ਅਸੀਂ ਆਸ ਕਰਦੇ ਹਾਂ ਕਿ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਧਾਨ ਮੰਤਰੀ ਉਹਨਾਂ ਨਾਲ ਗੱਲ ਕਰਕੇ ਸਾਨੂੰ ਜਿਹੜਾ RDF ਆ ਉਸ ਦੀ ਰਾਸ਼ੀ ਜਿਹੜੀ ਉਹ ਵਾਪਸ ਕਰਾਉਣਗੇ। ਨਾਲ ਹੀ ਨਾਲ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ GST ਦੇ ਵਿੱਚ ਜਿਹੜਾ ਵਾਧਾ ਆ ਪਿਛਲਿਆਂ ਨਾਲੋਂ ਬਹੁਤ ਵਾਧਾ ਹੋਇਆ, ਕੱਲਾ ਉਹਨਾਂ ਨੇ ਤੱਥ ਜਿਹੜੇ ਗਿਣਾਏ ਨੇ। ਹੁਣ ਮਾਨ ਸਾਹਿਬ ਇਹ ਬਿਆਨ ਆਉਣਾ ਸੀ, ਔਰ ਇਸ ਬਿਆਨ ਤੇ ਆਉਣ ਤੋਂ ਬਾਅਦ ਜਿਹੜੀ ਸਿਆਸਤ ਆ ਉਹ ਕੁਦਰਤੀ ਤੌਰ ਤੇ ਭਖਣੀ ਸੀ। ਇਸ ਮੁੱਦੇ ਤੋਂ ਲੈ ਕੇ ਤਾਂ ਕਾਂਗਰਸ ਜਾਂ ਅਕਾਲੀ ਦਲ ਵੱਲੋਂ ਤਾਂ ਘੇਰਿਆ ਹੀ ਜਾਂਦਾ ਰਿਹਾ, ਪਰ ਹੁਣ ਜਿਸ ਤਰੀਕੇ ਨਾਲ ਸੁਨੀਲ ਜਾਖੜ ਦਾ ਇਹ ਬਿਆਨ ਆਇਆ ਕਿ ਸਰਕਾਰ ਇਸ ਹਿਸਾਬ ਕਿਤਾਬ ਦੇ ਮਸਲੇ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਗੁੰਮਰਾਹ ਕਰ ਰਹੀ ਆ, ਔਰ ਉਹਨਾਂ ਨੇ ਇਹ ਗੱਲ ਹਰਪਾਲ ਚੀਮੇ ਦੇ ਸੰਦਰਭ ਦੇ ਵਿੱਚ ਉਸ ਬਿਆਨ ਦੇ ਸੰਦਰਭ 'ਚ ਆਖੀ ਜਿੱਥੇ ਉਹਨਾਂ ਨੇ 270 ਕਰੋੜ ਦੀ ਗੱਲ ਕਹੀ ਸੀ ਕਿ 270 ਕਰੋੜ ਰੁਪਈਆ ਅਸੀਂ ਕਰਜ਼ੇ ਦੇ ਰੂਪ 'ਚ ਵਾਪਸ ਕੀਤਾ। ਕਹਿੰਦੇ ਜੇਕਰ ਕਰਜ਼ੇ ਦੇ ਰੂਪ 'ਚ ਵਾਪਸ ਕੀਤਾ ਤਾਂ ਇਹ ਫਿਰ ਵਿਆਜ ਦੇ ਰੂਪ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਵਿਆਜ ਦੇ 270 ਨਹੀਂ 27,000 ਕਰੋੜ ਰੁਪਏ ਦੀ ਗੱਲ ਕੀਤੀ ਸੀ ਉਹਨਾਂ ਨੇ। ਜੀ ਉਹਨਾਂ ਨੇ ਕਿਹਾ ਕਿ ਫਿਰ ਇਹ ਜਿਹੜੀ ਚੱਕਰ ਆ ਕਿ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਹੋਇਆ ਕਿ ਜਾਂ ਤਾਂ ਚੀਮਾ ਸਾਹਿਬ ਝੂਠ ਬੋਲ ਰਹੇ ਆ ਤੇ ਜਾਂ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਜਿਹੜੇ ਝੂਠ ਬੋਲਦੇ ਨੇ। ਹੁਣ ਇਸ ਮੁੱਦੇ ਤੇ ਜਿਹੜੇ ਇਹ ਬਿਆਨ ਆਏ ਨੇ ਮਾਨ ਸਾਹਿਬ, ਸਭ ਤੋਂ ਵੱਡਾ ਪ੍ਰਸ਼ਨ ਤਾਂ ਇਹ ਹੈਗਾ ਕਿ ਮੌਜੂਦਾ ਸਰਕਾਰ ਹਮੇਸ਼ਾ ਇਹ ਗੱਲ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕਰਦੀ ਆ ਕਿ ਵੇਖੋ ਜੀ ਜਾਂ ਜੋ ਵੀ ਸਾਡੇ ਉੱਤੇ ਕਰਜ਼ਾ ਜਿਹੜਾ ਚੜਿਆ ਜਾਂ ਵਿਆਜ ਆ ਜੋ ਇਹ ਪਿਛਲੀਆਂ ਸਰਕਾਰਾਂ ਨੇ ਲਿਆ ਤੇ ਅਸੀਂ ਪਿਛਲੀਆਂ ਸਰਕਾਰਾਂ ਦੇ ਜਿਹੜੇ ਧੋਣੇ ਆ ਉਹ ਧੋ ਰਹੇ ਆ। ਇਹ ਹਮੇਸ਼ਾ ਮਾਨ ਸਾਹਿਬ ਦਾ ਇਹ ਬਿਆਨ ਹੁੰਦਾ ਜਾਂ ਖਜ਼ਾਨਾ ਮੰਤਰੀ ਦਾ ਇਹ ਬਿਆਨ ਹੁੰਦਾ। ਮਾਨ ਸਾਹਿਬ ਇੱਥੇ ਪ੍ਰਸ਼ਨ ਇਹ ਪੈਦਾ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਕਰਜ਼ਾ ਲਿਆ, ਉਹਨਾਂ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ, ਹੁਣ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਦੀ ਨਹੀਂ ਬਣਦੀ। ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਦੇ ਆ, ਪੰਜਾਬ ਦੀ ਜਿਹੜੀ ਚਾਬੀ ਆ ਜਾਂ ਪੰਜਾਬ ਦੇ ਰਾਖਿਆਂ ਦੇ ਵਜੋਂ ਤੁਹਾਨੂੰ ਉੱਥੇ ਨਿਯੁਕਤ ਜਿਹੜਾ ਉਹ ਕੀਤਾ ਜਾਂ ਚਾਬੀ ਤੁਹਾਡੇ ਹੱਥ ਫੜਾਈ ਆ, ਤਾਂ ਇੱਥੇ ਫਿਰ ਤੁਸੀਂ ਇੰਨੀ ਗੱਲ ਕਹਿ ਕੇ ਆਪਣਾ ਪੱਲਾ ਨਹੀਂ ਝਾੜ ਸਕਦੇ ਕਿ ਅਸੀਂ ਪਿਛਲੀਆਂ ਸਰਕਾਰਾਂ ਦੇ ਦਿੱਤੇ ਹੋਏ ਕਰਜ਼ੇ ਨੂੰ ਧੋ ਰਹੇ ਹਾਂ। ਇਹ ਤੁਹਾਡੀ ਹੁਣ ਜ਼ਿੰਮੇਵਾਰੀ ਆ, ਚਾਹੇ ਤੁਸੀਂ ਹੁਣ ਰੋ ਕੇ ਗੱਲ ਕਰੋ ਚਾਹੇ ਤੁਸੀਂ ਹੱਸ ਕੇ ਗੱਲ ਕਰੋ, ਇਹ ਜ਼ਿੰਮੇਵਾਰੀ ਤੁਹਾਨੂੰ ਨਿਭਾਉਣੀ ਹੀ ਪੈਣੀ ਆ। ਤਾਂ ਇਸ ਮੁੱਦੇ ਤੇ ਜੇਕਰ ਤੁਸੀਂ ਅਜਿਹੇ ਰੁਖ ਅਖਤਿਆਰ ਕਰੋਗੇ ਕਿ ਹਰ ਗੱਲ ਜਿਹੜੀ ਆ ਪਿਛਲੀਆਂ ਸਰਕਾਰਾਂ ਤੇ ਪਾਓਗੇ, ਤਾਂ ਫਿਰ ਲੋਕਾਂ ਨੇ ਜਿਸ ਭਰੋਸੇ ਜਾਂ ਜਿਸ ਬਦਲਾਵ ਨੂੰ ਲੈ ਕੇ ਤੁਹਾਨੂੰ ਇਹ ਪੰਜਾਬ ਦੀ ਸੱਤਾ ਜਿਹੜੀ ਸੌਂਪੀ ਆ, ਫਿਰ ਉਹਨਾਂ ਲੋਕਾਂ ਦਾ ਕੀ ਕਸੂਰ? ਜੇਕਰ ਇਹੋ ਗੱਲ ਤੁਸੀਂ ਵੀ ਕਹਿ ਕੇ ਆਪਣੀ ਬੇਵਸੀ ਜ਼ਾਹਿਰ ਕਰਦੇ ਜੇ ਕਿ ਹਾਂ ਭਈ ਅਸੀਂ ਤਾਂ ਕੁਝ ਵੀ, ਅਸੀਂ ਤਾਂ ਪੰਜਾਬ ਦੇ ਭਲੇ ਵਾਸਤੇ ਆਪ ਕਰ ਰਹੇ ਹਾਂ, ਇਸ ਤਰ੍ਹਾਂ ਕੀਤਾ, ਪਰ ਜ਼ਿਆਦਾ ਅਸੀਂ ਉਸ ਵਿਆਜ ਦੇ ਰੂਪ 'ਚ ਦੇ ਰਹੇ ਹਾਂ। ਜੇਕਰ ਪਿਛਲੀਆਂ ਸਰਕਾਰਾਂ ਨੇ ਵੀ ਕਰਜ਼ਾ ਲਿਆ ਤੇ ਜੇ ਉਹਨਾਂ ਦਾ ਵਿਆਜ ਇੱਥੋਂ ਤੱਕ ਬਣਿਆ ਤਾਂ ਮਾਨ ਸਾਹਿਬ ਉਹ ਵੀ ਵਿਆਜ ਜਾਂ ਉਹ ਵੀ ਕਰਜ਼ਾ ਪੰਜਾਬ ਦੇ ਉੱਤੇ ਹੀ ਖਰਚ ਹੋਇਆ ਹੋਊਗਾ। ਇਹ ਨਹੀਂ ਹੈਗਾ ਕਿ ਸਾਰੇ ਦਾ ਸਾਰਾ ਉਹ ਸਿਆਸਤਦਾਨ ਜਾਂ ਉਹ ਪੋਲੀਟੀਸ਼ੀਅਨ ਜਿਹੜੇ ਆਪਣੀਆਂ ਜੇਬਾਂ 'ਚ ਪਾ ਕੇ ਘਰਾਂ ਨੂੰ ਲੈ ਗਏ। ਇੱਥੇ ਮੈਂ ਇੰਨੀ ਗੱਲ ਕਹਿਦਾ ਕਿ ਮੈਂ ਕਿਸੇ ਸਰਕਾਰ ਦੇ ਹੱਕ ਦੇ ਵਿੱਚ ਕਿਸੇ ਦੇ ਖਿਲਾਫ ਨਹੀਂ ਹਾਂ, ਮੈਂ ਕੇਵਲ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਕਿ ਮੌਜੂਦਾ ਸਰਕਾਰ ਹਮੇਸ਼ਾ ਇਹ ਗੱਲ ਕਹਿ ਕੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕਰਦੀ ਆ ਕਿ ਅਸੀਂ ਪਿਛਲੀਆਂ ਸਰਕਾਰਾਂ ਅਕਾਲੀ ਭਾਜਪਾ ਸਰਕਾਰ ਜਾਂ ਕਾਂਗਰਸ ਸਰਕਾਰ ਵੱਲੋਂ ਲਏ ਗਏ ਕਰਜ਼ੇ
ਦੇ ਵਿਆਜ ਦੀ ਹੀ ਅਦਾਇਗੀ ਕਰਦੇ ਪਏ ਤੇ ਇਸ ਤਰੀਕੇ ਨਾਲ ਕਰ ਰਹੇ ਆ। ਇਹ ਗੱਲ ਕਿਸੇ ਵੀ ਸੂਰਤ ਵਿੱਚ ਜਿਹੜੀ ਆ ਇਹ ਹੁਣ ਮੰਨਣਯੋਗ ਨਹੀਂ ਆਖੀ ਜਾ ਸਕਦੀ। ਜੇਕਰ ਤੁਸੀਂ ਇਹ ਬਿਆਨ ਦਿਓਗੇ ਤਾਂ ਫਿਰ ਕੁਦਰਤੀ ਤੌਰ ਤੇ ਤੁਸੀਂ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੋਗੇ। ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਹੁਣੇ ਵੀ ਸੰਸਦ ਮਾਨਯੋਗ ਵਿਧਾਨ ਸਭਾ ਵਿੱਚ ਕਈ ਵਾਰੀ ਕਹਿੰਦੇ ਆ ਕਿ ਹਾਂ ਭਈ ਜੇਕਰ ਸਾਡੀ ਸਰਕਾਰ ਨੇ ਕੀਤਾ ਤਾਂ ਤਾਈਓ ਆਪਾਂ ਇਸ ਬੰਨੇ ਆ, ਹੁਣ ਤੁਸੀਂ ਉਸ ਬੰਨੇ 'ਚ ਲੋਕਾਂ ਨੇ ਸਾਨੂੰ ਇਸ ਬੰਨੇ ਕਰ ਦਿੱਤਾ। ਸੋ ਗੱਲ ਕਰਜ਼ੇ ਦੀ ਆ। ਜਿਹੜਾ ਕਰਜ਼ਾ ਹੁਣ ਜੇਕਰ ਤੁਸੀਂ 50,000 ਕਰੋੜ ਦਾ ਹਿਸਾਬ ਬਨਵਾਰੀ ਦਾ ਉਪਰੋਕਤ ਉਹਨਾਂ ਨੂੰ ਦੇ ਦਿੱਤਾ, ਚੰਗੀ ਗੱਲ। ਉਹ ਕਹਿੰਦੇ ਕਿ ਬਹੁਤ ਚੰਗੀ ਗੱਲ ਸਾਨੂੰ ਪੁੱਛਿਆ ਗਿਆ। ਤੇ ਦੂਜੇ ਪਾਸੇ ਹੁਣ ਸ੍ਰੀ ਜਾਖੜ ਦੀ ਜਿਹੜੀ ਇਹ ਸਟੇਟਮੈਂਟ ਆਈ ਆ, ਠੀਕ ਆ, ਉਹ ਸਟੇਟਮੈਂਟ ਦੇ ਅਰਥ ਜਿਹੜੇ ਇੱਕ ਸਿਆਸੀ ਅਰਥ ਵੀ ਹਨ, ਪਰ ਹੁਣ ਮਾਨ ਸਾਹਿਬ ਉਹਨਾਂ ਅਰਥਾਂ ਦੀ ਬਜਾਏ ਇਹ ਵੇਖਣਾ ਹੋਊਗਾ ਕਿ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਣਾ ਨੇ, ਪੰਜਾਬ ਦੇ ਮੁੱਖ ਮੰਤਰੀ ਨੇ ਪੂਰਨ ਤੌਰ ਤੇ ਕਹਿੰਦੇ ਪਾਈ ਦਾ ਹਿਸਾਬ ਦੇ ਦਿੱਤਾ। ਹੁਣ ਕੀ ਗਵਰਨਰ ਸਾਹਿਬ ਇਸ ਤੋਂ ਸੰਤੁਸ਼ਟ ਹੋਣਗੇ ਜਾਂ ਨਹੀਂ ਹੋਣਗੇ? ਕੀ ਉਹ ਪੰਜਾਬ ਸਰਕਾਰ ਦਾ ਜਿਹੜਾ RDF ਫੰਡ ਆ ਔਰ ਦੂਜੇ ਪਾਸੇ NHF ਦਾ ਫੰਡ ਆ ਉਹਨੂੰ ਵਾਪਸ ਕਰਾਉਣ ਵਿੱਚ ਕੋਈ ਅਹਿਮ ਭੂਮਿਕਾ ਨਿਭਾਉਣਗੇ ਜਾਂ ਨਹੀਂ? ਹੁਣ ਨਜ਼ਰਾਂ ਇਹਦੇ ਉੱਤੇ ਟਿਕੀਆਂ ਨੇ। ਤੇ ਜਾਂ ਫਿਰ ਕੋਈ ਅਗਲੀ ਚਿੱਠੀ ਜਿਹੜੀ ਆ ਬਨਵਾਰੀ ਲਾਲ ਪੁਰੋਹਿਤ ਹੋਣਾ ਨੂੰ ਪੰਜਾਬ ਸਰਕਾਰ ਨੂੰ ਭੇਜੀ ਜਾ ਸਕਦੀ ਹੈ ਕਿ ਹਾਂ ਵੀ ਤੁਹਾਡੇ ਵੇਰਵੇ ਠੀਕ ਤਰੀਕੇ ਨਾਲ ਮੇਚ ਨਹੀਂ ਖਾ ਰਹੇ। ਜਿਸ ਤਰੀਕੇ ਨਾਲ ਸੁਨੀਲ ਜਾਖੜ ਨੇ ਇਹ ਗੱਲ ਕਹਿਤੀ ਕਿ ਇਹਨਾਂ ਦਾ ਜਿਹੜਾ ਦਿੱਤਾ ਗਿਆ ਬਿੱਲ ਆ ਜਾਂ ਜੋ ਵੇਰਵੇ ਦਿੱਤੇ ਨੇ ਉਹ ਆਪਣੇ ਆਪ ਦੇ ਵਿੱਚ ਮੈਚ ਨਹੀਂ ਕਰ ਰਹੇ, ਕਿਉਂਕਿ ਹਰਪਾਲ ਸਿੰਘ ਚੀਮਾ ਕੁਝ ਬੋਲਦੇ ਨੇ ਤੇ ਮੁੱਖ ਮੰਤਰੀ ਸਾਹਿਬ ਕੁਝ ਬੋਲਦੇ ਨੇ। ਸੋ ਕਹਿਣ ਦਾ ਅਰਥ ਆ ਕਿ ਨਜ਼ਰਾਂ ਹੁਣ ਆਪਣੇ ਪੰਜਾਬ ਦੇ ਮੁੱਖ ਮੰਤਰੀ ਮਾਫ ਕਰਦਾ ਜਿਹੜੇ ਰਾਜਪਾਲ ਨੇ ਉਹਨਾਂ ਵੱਲ ਟਿਕੀਆਂ ਰਹਿਣਗੀਆਂ। ਕੀ ਹੁਣ ਵਾਕਿਆ ਇਹਦੇ ਤੋਂ ਸੰਤੁਸ਼ਟ ਨੇ ਤੇ ਜਾਂ ਕੋਈ ਅਗਲੀ ਚਿੱਠੀ ਹੋਰ ਪੰਜਾਬ ਸਰਕਾਰ ਨੂੰ ਆਏਗੀ? ਇਹਦੇ ਉੱਤੇ ਨਜ਼ਰਾਂ ਮਾਨ ਸਾਹਿਬ ਜ਼ਰੂਰ ਟਿਕੀਆਂ ਰਹਿਣਗੀਆਂ। ਬਿਲਕੁਲ ਜੀ, ਬਿਲਕੁਲ। ਤੇ ਇਹ ਵੀ ਗੱਲ ਕਲੀਅਰ ਕਰਦੀ ਹੈ ਵੀ ਪਹਿਲੀ ਸਰਕਾਰ ਹੈ ਸ਼ਾਇਦ ਜਿਸ ਨੇ ਆਪਣਾ ਹਿਸਾਬ ਕਿਤਾਬ ਦਿੱਤਾ ਗਾ ਵੀ ਜੋ ਉਹਨਾਂ ਵੱਲੋਂ ਕਰਜ਼ਾ ਚੁੱਕਿਆ ਗਿਆ ਕਿੱਥੇ ਕਿੱਥੇ ਲਗਾਇਆ ਗਿਆ। ਇਹ ਵੀ ਲਗਾਤਾਰ ਹੁਣ ਵਿਰੋਧੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਕਿਉਂਕਿ ਮਾਨ ਸਾਹਿਬ ਦੇ ਵੱਲੋਂ ਵੀ ਕੱਲ੍ਹ ਵੱਡਾ ਬਿਆਨ ਆਇਆ ਸੀ ਵੀ ਪਹਿਲਾਂ ਕਿਸੇ ਸਰਕਾਰ ਤੋਂ ਪੁੱਛਿਆ ਨਹੀਂ ਗਿਆ, ਸਾਡੇ ਤੋਂ ਪੁੱਛਿਆ ਗਿਆ, ਅਸੀਂ ਦਿੱਤਾ ਹਿਸਾਬ ਕਿਤਾਬ। ਲੇਕਿਨ ਉਸ ਹਿਸਾਬ ਕਿਤਾਬ ਦੇ ਉੱਪਰ ਵੀ ਗੁੰਮਰਾਹ ਕਰਨ ਦੀ ਵਿਰੋਧੀ ਧਿਰ ਦੇ ਵੱਲੋਂ ਇਹ ਗੱਲ ਕਿ ਗੁੰਮਰਾਹ ਕੀਤਾ ਜਾ ਰਿਹਾ ਜਾਂ ਫਿਰ ਨਹੀਂ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਹੁਣ ਗੇਂਦ ਰਾਜਪਾਲ ਦੇ ਸਾਹਿਬ ਦੇ ਪਾਲੇ ਦੇ ਵਿੱਚ ਹੈ, ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਪ੍ਰਤੀਕਰਮ ਆਉਂਦਾ ਉਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਤੇ ਉਧਰ ਹੁਣ ਗੱਲ ਕਰ ਲਈਏ ਜੀ ਭਾਰਤ ਤੇ ਕੈਨੇਡਾ ਦੇ ਸੰਬੰਧਾਂ ਦੀ, ਕਿਉਂਕਿ ਲਗਾਤਾਰ ਇਹਨਾਂ ਦੀ ਤਲਖੀ ਵੱਧਦੀ ਤੁਰੀ ਜਾ ਰਹੀ ਹੈ, ਵਿਵਾਦ ਵੱਡੇ ਹੁੰਦੇ ਜਾਂਦੇ ਨੇਗੇ, ਜਿਸ ਦੇ ਤਹਿਤ ਕੱਲ੍ਹ ਇੱਕ ਅਲਟੀਮੇਟਮ, ਇੱਕ ਵੱਡਾ ਸਖਤ ਫੈਸਲਾ ਲੈਂਦੇ ਹੋਏ ਭਾਰਤ ਸਰਕਾਰ ਦੇ ਵੱਲੋਂ ਕੈਨੇਡਾ ਨੂੰ ਇੱਕ ਅਲਟੀਮੇਟਮ ਦਿੱਤਾ ਗਿਆ ਸੀਗਾ ਉਹਨਾਂ ਦੇ ਡਿਪਲੋਮੈਟਸ ਨੂੰ ਲੈ ਕੇ। ਉਸ ਐਕਸ਼ਨ ਤੋਂ ਬਾਅਦ ਇੱਕ ਕੈਨੇਡਾ ਸਰਕਾਰ ਦੇ ਵੱਲੋਂ ਵੀ ਜਸਟਿਨ ਟਰੂਡੋ ਦੇ ਵੱਲੋਂ ਵੀ ਇੱਕ ਅਹਿਮ ਬਿਆਨ ਆਇਆ। ਬਿਆਨ ਭਾਰਤ ਦੇ ਸੰਬੰਧ ਦੇ ਵਿੱਚ ਇਹ ਕਹਿੰਦੇ ਹੋਏ ਕਿ ਅਸੀਂ ਭਾਰਤ ਨਾਲ ਵਿਵਾਦ ਵਧਾਉਣਾ ਨਹੀਂ ਚਾਹੁੰਦੇ। ਅਣਖੀ ਸਾਹਿਬ, ਇੱਕ ਪਾਸੇ ਭਾਰਤ ਸਰਕਾਰ ਦਾ ਸਖਤ ਰਵੱਈਆ, ਦੂਸਰੇ ਪਾਸੇ ਸੁਰ ਨੀਵੇਂ, ਬੈਕਫੁੱਟ ਤੇ ਕੈਨੇਡਾ। ਕਿਵੇਂ ਦੇਖ ਰਹੇ ਹੋ ਵੀ ਹੁਣ ਸਥਿਤੀ ਕਿਵੇਂ ਬਣੇਗੀ? ਕਿ ਭਾਰਤ ਵੀ ਹੁਣ ਇਸ ਮਾਮਲੇ 'ਚ ਰੁਖ ਅਪਣਾਏਗਾ, ਕਿਉਂਕਿ ਲਗਾਤਾਰ ਹੁਣ ਕੈਨੇਡਾ ਬੈਕਫੁੱਟ ਤੇ ਜਾ ਰਿਹਾ ਤੇ ਸੁਰ ਨਰਮ ਹੁੰਦੇ ਨਜ਼ਰ ਆ ਰਹੇ ਨੇ। ਵਿਵਾਦ ਘਟੇਗਾ ਜਾਂ ਫਿਰ ਭਾਰਤ ਸਰਕਾਰ ਦੇ ਜਿਹੜਾ ਰੁਖ ਹੈ, ਤੇਵਰ ਨੇ, ਉਹ ਸਖਤ ਹੀ ਰਹਿਣਗੇ? ਕਿਵੇਂ ਦੇਖ ਰਹੇ ਹੋ ਟਰੂਡੋ ਦੇ ਇਸ ਬਿਆਨ ਤੋਂ ਬਾਅਦ? ਦੇਖੋ, ਕੈਨੇਡਾ ਸਰਕਾਰ ਦੇ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਜਿਹੜਾ ਇਲਜ਼ਾਮ ਜਦੋਂ ਭਾਰਤ ਸਰਕਾਰ ਦੇ ਉੱਤੇ ਜਾਂ ਭਾਰਤ ਦੀਆਂ ਖੁਫੀਆ ਏਜੰਸੀਆਂ ਤੇ ਲਗਾਇਆ ਗਿਆ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਸਰਕਾਰ ਜਿਹੜੀ ਇਸ ਮੁੱਦੇ ਤੇ ਕੈਨੇਡਾ ਸਰਕਾਰ ਪ੍ਰਤੀ ਪੂਰਾ ਆਪਣਾ ਸਖਤ ਰੁਖ ਅਖਤਿਆਰ ਜਿਹੜਾ ਕਰ ਰਹੀ ਹੈ। ਦੂਜੇ ਪਾਸੇ ਅੰਤਰਰਾਸ਼ਟਰੀ ਮੰਚ ਦੇ ਜਸਟਿਨ ਟਰੂਡੋ ਇਸ ਪੱਖ ਦੇ ਵਿੱਚ ਕੋਈ ਆਪਣੀ ਖਾਸ ਹਵਾ ਜਿਹੜੀ ਉਹ ਬਣਾ ਨਹੀਂ ਸਕੇ ਕਿ ਜਿਸ ਤਰੀਕੇ ਨਾਲ ਸ਼ੁਰੂ 'ਚ ਲੱਗ ਰਿਹਾ ਸੀ ਕਿ ਸ਼ਾਇਦ ਜਿਹੜੇ ਬਾਕੀ ਦੇਸ਼ ਨੇ ਉਹ ਇਸ ਮੁੱਦੇ ਦੇ ਉੱਤੇ ਕੈਨੇਡਾ ਦਾ ਸਮਰਥਨ ਕਰਦੇ ਨਜ਼ਰ ਆਉਣਗੇ। ਪਰ ਜਿਸ ਤਰੀਕੇ ਨਾਲ ਭਾਰਤ ਸਰਕਾਰ ਕੈਨੇਡਾ ਸਰਕਾਰ ਪ੍ਰਤੀ ਆਏ ਦਿਨ ਸਖਤ ਹੋ ਰਹੀ ਆ, ਇਹਦੇ ਨਾਲ ਕੈਨੇਡਾ ਨੂੰ ਜ਼ਰੂਰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਭਾਰਤ ਸਰਕਾਰ ਜਿਹੜੀ ਹੈ ਇਸ ਮੁੱਦੇ ਨੂੰ ਕਿਸੇ ਵੀ ਸੂਰਤ ਵਿੱਚ ਛੱਡਣ ਨੂੰ ਤਿਆਰ ਨਹੀਂ, ਬਲਕਿ ਤੱਥਾਂ ਦੇ ਆਧਾਰ ਤੇ ਇਸ ਮੁੱਦੇ ਦੇ ਉੱਤੇ ਉਹ ਗੱਲ ਕਰਨਾ ਚਾਹੁੰਦੀ ਹੈ। ਪਹਿਲਾਂ ਜਿਸ ਤਰੀਕੇ ਨਾਲ ਭਾਰਤ ਸਰਕਾਰ ਵੱਲੋਂ ਕੈਨੇਡੀਅਨ ਜਿਹੜੇ ਸਿਟੀਜ਼ਨ ਨੇ ਉਹਨਾਂ ਦੀ ਵੀਜ਼ਾ ਪ੍ਰਣਾਲੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ, ਕੱਲ ਹੁਣ ਇੱਕ ਬੜਾ ਸਖਤ ਜਿਹੜਾ ਫੈਸਲਾ ਭਾਰਤ ਸਰਕਾਰ ਵੱਲੋਂ ਜਿਹੜਾ ਲਿਆ ਗਿਆ ਆ, ਜਿਹਦੇ ਵਿੱਚ ਜਿਹੜੇ ਕੈਨੇਡੀਅਨ ਡਿਪਲੋਮੈਟਸ ਨੇ ਉਹਨਾਂ ਨੂੰ ਵਾਪਸ ਜਾਣ ਵਾਸਤੇ ਕਹਿ ਦਿੱਤਾ ਗਿਆ। ਉਹਨਾਂ ਦੀ ਗਿਣਤੀ ਜਿਹੜੀ ਆ ਘੱਟ ਕਰਨ ਵਾਸਤੇ ਕਹਿ ਦਿੱਤਾ ਗਿਆ। ਇਸ ਵੇਲੇ ਭਾਰਤ ਦੇ ਭਾਰਤ ਅੰਦਰ ਜਿਹੜੇ ਕੈਨੇਡਾ ਦੇ ਸਫਾਰਤਖਾਨੇ ਨੇ 62 ਦੇ ਕਰੀਬ ਜਿਹੜੇ ਨੇ ਉਹਨਾਂ ਦੇ ਡਿਪਲੋਮੈਟਸ ਹਨ, ਤਾਂ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਉਹ 10 ਅਕਤੂਬਰ ਤੱਕ ਇਹਨਾਂ ਦੇ ਵਿੱਚੋਂ 41 ਡਿਪਲੋਮੈਟ ਜਿਹੜੇ ਨੇ ਉਹ ਭਾਰਤ ਦੇਸ਼ ਛੱਡ ਜਾਣ। ਕੇਵਲ ਤੇ ਕੇਵਲ ਉਹਨਾਂ ਨੇ ਕਿਹਾ ਕਿ 20 ਦੇ ਕਰੀਬ ਜਿਹੜੇ ਡਿਪਲੋਮੈਟ ਭਾਰਤ ਵਿੱਚ ਰਹਿਣਗੇ, ਸਾਨੂੰ ਜ਼ਿਆਦਾ ਸੀਨੀਅਰ ਡਿਪਲੋਮੈਟਸ ਦੀ ਲੋੜ ਨਹੀਂ ਆ। 41 ਡਿਪਲੋਮੈਟਸ ਨੂੰ ਉਹਨਾਂ ਨੇ ਜਾਣ ਦਾ ਜਿਹੜਾ ਅਲਟੀਮੇਟਮ 10 ਅਕਤੂਬਰ ਤੱਕ ਦੇ ਦਿੱਤਾ।
ਔਰ ਨਾਲ ਹੀ ਇੱਥੇ ਹੀ ਗੱਲ ਨਹੀਂ ਰੁਕੀ, ਇਸ ਤੋਂ ਅੱਗੇ ਜਾ ਕੇ ਭਾਰਤ ਸਰਕਾਰ ਨੇ ਇੰਨੀ ਗੱਲ ਕਹੀ ਹੈ ਕਿ ਜੇਕਰ 10 ਅਕਤੂਬਰ ਤੱਕ ਇਹ ਡਿਪਲੋਮੇਟ ਦੇਸ਼ ਨਹੀਂ ਛੱਡਦੇ ਤਾਂ ਫਿਰ ਉਹਨਾਂ ਨੂੰ ਡਿਪਲੋਮੇਟਿਕ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਹੜੀਆਂ ਰੱਦ ਕਰ ਦਿੱਤੀਆਂ ਜਾਣਗੀਆਂ, ਭਾਵ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਸਕਦਾ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਸਖਤ ਫੈਸਲਾ ਜਿਹੜਾ ਭਾਰਤ ਨੇ ਆਪਣੀ ਪ੍ਰਭੂ ਸੱਤਾ ਨੂੰ ਕਾਇਮ ਰੱਖਦਿਆਂ ਹੋਇਆ ਕੈਨੇਡਾ ਸਰਕਾਰ ਦੇ ਸੰਦਰਭ ਵਿੱਚ ਸੁਨਾਹਾ ਜਿਹੜਾ ਜ਼ਬਰਦਸਤ ਦਿੱਤਾ। ਇਹ ਅਜੇ ਬਿਆਨ ਭਾਰਤ ਸਰਕਾਰ ਦਾ ਆਇਆ ਤਾਂ ਉਸ ਵੇਲੇ ਜਸਟਿਨ ਟਰੂਡੋ ਦਾ ਬਿਆਨ ਆ ਗਿਆ ਕਿ ਭਾਰਤ ਨਾਲ ਅਸੀਂ ਆਪਣੇ ਰਿਸ਼ਤੇ ਜਿਹੜੇ ਆ ਉਹ ਕਿਸੇ ਵੀ ਸੂਰਤ ਵਿੱਚ ਵਿਗਾੜਨਾ ਨਹੀਂ ਚਾਹੁੰਦੇ, ਕਿਉਂਕਿ ਭਾਰਤ ਦੇਸ਼ ਇੱਕ ਰਚਨਾਤਮਕ ਦੇਸ਼ ਹੈਗਾ। ਹੁਣ ਮਾਨ ਸਾਹਿਬ ਇਹ ਜਿਹੜਾ ਬਿਆਨ ਆ, ਜਿੱਥੇ ਜਸਟਿਨ ਟਰੂਡੋ ਦੇ ਸੁਰ ਜਿਹੜੇ ਨੇ ਬਿਲਕੁਲ ਨਰਮ ਪੈਂਦੇ ਜਿਹੜੇ ਦਿਖਾਈ ਦੇ ਰਹੇ ਆ, ਔਰ ਇਹਨਾਂ ਨਰਮ ਪੈਂਦੇ ਸੁਰਾਂ ਦਾ ਕਾਰਨ ਸ਼ਾਇਦ ਇਹੋ ਹੀ ਆ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਨੇ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਨਿਊਯਾਰਕ ਦੇ ਵਿੱਚ ਭਾਰਤ ਦਾ ਪੱਖ ਰੱਖਿਆ ਔਰ ਇਸ ਮੁੱਦੇ ਤੇ ਕਾਇਮ ਰਹੇ ਕਿ ਭਾਰਤ ਆਪਣੀ ਪ੍ਰਭੂ ਸੱਤਾ, ਦੇਸ਼ ਦੀ ਏਕਤਾ, ਦੇਸ਼ ਦੀ ਅਖੰਡਤਾ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਸਮਝੌਤਾ ਤਿਆਰ ਕਰਨ ਵਾਸਤੇ ਨਹੀਂ ਹੈਗਾ। ਤੇ ਇਸ ਦੇ ਸੰਬੰਧ ਵਿੱਚ ਜਿਹੜਾ ਵੀ ਕੋਈ ਦੇਸ਼ ਭਾਈ ਜਿੱਦਾਂ ਮਰਜ਼ੀ ਉਹ ਤਾਕਤਵਰ ਹੋਵੇ, ਜੇਕਰ ਇਸ ਮੁੱਦੇ ਤੇ ਭਾਰਤ ਸਰਕਾਰ ਖਿਲਾਫ ਕੋਈ ਸਾਜ਼ਿਸ਼ ਰਚਦਾ ਤਾਂ ਭਾਰਤ ਸਰਕਾਰ ਉਸ ਨੂੰ ਸਖਤੀ ਦੇ ਨਾਲ ਉਸ ਦਾ ਟਾਕਰਾ ਕਰਨ ਨੂੰ ਤਿਆਰ ਹੈਗੀ ਹੈ। ਇਹੋ ਜਿਹੇ ਬਿਆਨ ਨਿਊਯਾਰਕ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਜਦੋਂ ਸੰਯੁਕਤ ਆਪਣੇ ਨੈਸ਼ਨਲ ਕੌਂਸਲ ਦੀ ਜਿਹੜੀ ਯੂਐਨ ਦੀ ਜਿਹੜੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਬਿਆਨ ਜਿਹੜੇ ਦਿੱਤੇ ਗਏ। ਤਾਂ ਇਸ ਦੇ ਨਾਲ ਹੀ ਨਾਲ ਕੈਨੇਡਾ ਦੀ ਜਿਹੜੀ ਸਥਿਤੀ ਆ ਮਾਨ ਸਾਹਿਬ ਉਹ ਹੁਣ ਉਹੋ ਜਿਹੀ ਨਹੀਂ ਰਹੀ ਕਿ ਜਿਹੋ ਜਿਹੀ ਸਥਿਤੀ ਉਹ ਬਣਾਉਂਦੇ ਰੌਂ ਦੇ ਵਿੱਚ ਹੀ ਜਿਸ ਤਰ੍ਹਾਂ 5 ਦੇਸ਼ਾਂ ਦਾ ਸਮਰਥਨ ਉਸ ਨੂੰ ਸ਼ੁਰੂ ਵਿੱਚ ਮਿਲਦਾ ਮਹਿਸੂਸ ਹੋਇਆ। ਪਰ ਜਿਸ ਤਰੀਕੇ ਨਾਲ ਬੀਤੇ ਦਿਨ ਬ੍ਰਿਟੇਨ ਦੇ ਵਿੱਚ ਵੀ ਸਫਾਰਤਖਾਨੇ ਦੇ ਉੱਤੇ ਹਮਲਾ ਜਿਹੜਾ ਹੋਇਆ, ਜਾਂ ਜਿਸ ਤਰੀਕੇ ਨਾਲ ਬ੍ਰਿਟੇਨ ਦੇ ਇੱਕ ਡਿਪਲੋਮੇਟ ਨੂੰ ਗੁਰਦੁਆਰੇ ਵਿੱਚ ਜਾਣ ਤੋਂ ਖਾਲਿਸਤਾਨੀ ਸਮਰਥਕਾਂ ਵੱਲੋਂ ਰੋਕਿਆ ਗਿਆ, ਤਾਂ ਭਾਰਤ ਦਾ ਉਹਦੇ ਪ੍ਰਤੀ ਵੀ ਸਖਤ ਪ੍ਰਤੀਕਰਮ ਜਦੋਂ ਸਾਹਮਣੇ ਆਇਆ ਤਾਂ ਕੁਦਰਤੀ ਤੌਰ ਤੇ ਫਿਰ ਉਹ ਦੇਸ਼ ਜਿਹੜੇ ਇਸ ਮੁੱਦੇ ਤੇ ਜਸਟਿਨ ਟਰੂਡੋ ਦਾ ਸਮਰਥਨ ਕਰ ਰਹੇ ਸਨ ਉਹ ਜ਼ਰੂਰ ਕਮਜ਼ੋਰ ਪੈਂਦੇ ਵਿਖਾਈ ਦਿੱਤੇ। ਤਾਂ ਇਸੇ ਹੀ ਕਾਰਨ ਜਸਟਿਨ ਟਰੂਡੋ ਦੇ ਸੁਰ ਜਿਹੜੇ ਨੇ ਹੁਣ ਇਸ ਪ੍ਰਤੀ ਨਰਮ ਜਿਹੜੇ ਆ ਉਹ ਪਏ ਨੇ। ਹਾਂ, ਹੁਣ ਇਹ ਵੇਖਣਾ ਕਿ ਭਾਰਤ ਸਰਕਾਰ ਇਹ ਜਸਟਿਨ ਟਰੂਡੋ ਦੇ ਇਹਨਾਂ ਨਰਮ ਪਏ ਸੁਰਾਂ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਜਾਂ ਕਿਸ ਤਰੀਕੇ ਨਾਲ ਨਹੀਂ। ਪਰ ਭਾਰਤ ਸਰਕਾਰ ਨੇ ਇਸ ਸਖਤ ਜਿਹੜਾ ਸੰਦੇਸ਼ ਦੇ ਕੇ ਇਹ ਦੱਸ ਦਿੱਤਾ ਕਿ ਭਾਰਤ ਸਰਕਾਰ ਕਿਸੇ ਵੀ ਸੂਰਤ ਵਿੱਚ ਆਪਣੇ ਦੇਸ਼ ਦੀ ਏਕਤਾ, ਪ੍ਰਭੂ ਸੱਤਾ ਦੇ ਉੱਤੇ ਕਿਸੇ ਵੀ ਹਮਲੇ ਨੂੰ, ਕਿਸੇ ਵੀ ਇਲਜ਼ਾਮ ਨੂੰ ਜਿਹੜਾ ਉਹ ਬਰਦਾਸ਼ਤ ਨਹੀਂ ਕਰੇਗੀ। ਹੁਣ ਭਵਿੱਖ ਦੇ ਵਿੱਚ ਇਹ ਵੇਖਣਾ ਹੋਏਗਾ ਕਿ ਅਗਲਾ ਕਦਮ ਜਿਹੜਾ ਕੈਨੇਡਾ ਦਾ ਭਾਰਤ ਸਰਕਾਰ ਪ੍ਰਤੀ ਕਿਹੋ ਜਿਹਾ ਹੁੰਦਾ। ਜੀ ਬਿਲਕੁਲ ਸਰ, ਆਉਣ ਵਾਲੇ ਦਿਨਾਂ 'ਚ ਕਲੀਅਰ ਹੋ ਜਾਏਗਾ। ਲੇਕਿਨ ਭਾਰਤ ਵੱਲੋਂ ਅਜੇ ਤੱਕ ਆਪਣਾ ਰੁਖ ਹੈ ਜਿਹੜੇ ਤੇਵਰ ਨੇ ਉਹ ਸਖਤ ਨੇ, ਤੇ ਕੈਨੇਡਾ ਲਗਾਤਾਰ ਬੈਕਫੁੱਟ ਤੇ ਜਾਂਦਾ ਹੋਇਆ ਤੇ ਸੁਰ ਵੀ ਨੀਵੇਂ ਹੁੰਦੇ ਨਜ਼ਰ ਆ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਵਿਵਾਦ ਹੁਣ ਖਤਮ ਹੋ ਜਾਏਗਾ, ਕਿਉਂਕਿ ਇਸ ਸਖਤੀ ਦਾ ਅਸਰ ਖਾਸ ਤੌਰ ਤੇ ਪੰਜਾਬੀਆਂ ਦੇ ਉੱਪਰ ਪੈ ਰਿਹਾ, ਉਹ ਪੰਜਾਬੀ ਜਿਹੜੇ ਕੈਨੇਡਾ ਦੀ ਨਾਗਰਿਕਤਾ ਲੈ ਕੇ ਉੱਥੇ ਰਹਿ ਰਹੇ ਨੇਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਇਹ ਵੀ ਹੁਣ ਵੇਖਣ ਵਾਲੀ ਗੱਲ ਹੋਏਗੀ। ਸੋਨਕੀ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਧੰਨਵਾਦ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।